ਦਾ ਪੰਜਾਬ ਟਾਕ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਆ ਕਮਲਜੀਤ ਸਿੱਧੂ। ਪ੍ਰੋਗਰਾਮ ਖਾਸ ਖਬਰ ਦੇ ਨਾਲ ਦੋਸਤੋ ਹਾਜ਼ਰ ਹਾਂ। ਦੋ ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਆਪਾਂ ਕਰਨੀ ਹੈ। ਉਹਦੇ ਵਿੱਚ ਪਹਿਲਾ ਇਹ ਆ ਕਿ ਅਕਾਲੀ ਦਲ ਦੇ ਲਈ ਵੱਡਾ ਸੰਕਟ ਖੜਾ ਹੋ ਗਿਆ ਆ, ਕਿਉਂਕਿ ਭਾਜਪਾ ਲਗਾਤਾਰ ਜਿਹੜੇ ਵੱਡੇ ਚਿਹਰੇ ਸੀ ਅਕਾਲੀ ਦਲ ਦੇ, ਪੰਥਕ ਚਿਹਰੇ ਸੀਗੇ, ਉਹਨਾਂ ਨੂੰ ਖੋ ਰਹੀ ਹੈ। ਤੇ ਦੂਸਰਾ ਮੁੱਦਾ ਪੰਜਾਬ ਦੇ ਵਿੱਚ ਇਹ ਹੈ ਕਿ ਚਾਈਨਾ ਡੋਰ ਇੱਕ ਵੱਡੀ ਸਮੱਸਿਆ ਆ। ਹਾਲਾਂਕਿ ਬਹੁਤ ਸਾਰੀਆਂ ਪਾਬੰਦੀਆਂ ਲਗਾਉਣ ਦੇ ਬਾਵਜੂਦ ਵੀ ਝੋਰ ਮੋਰੀਆਂ ਨਾਲ ਹਰ ਵਾਰ ਚਾਈਨਾ ਡੋਰ ਇੰਨੇ ਵੱਡੇ ਪੱਧਰ 'ਤੇ ਆਉਂਦੀ ਆ, ਜਿਸ ਨਾਲ ਕਿੰਨੀਆਂ ਹੀ ਮੌਤਾਂ ਜਿਹੜੀਆਂ ਨੇ ਤੇ ਕਿੰਨੇ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਹਰ ਸਾਲ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲੀ ਖਬਰ ਵੱਲ ਆਉਂਦੇ ਹਾਂ। ਅਕਾਲੀ ਭਾਜਪਾ ਗੱਠਜੋੜ ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੰਜ ਕੀਤਾ ਸੀਗਾ ਕਿ ਬਿਨਾਂ ਕੋਈ ਗੱਲਬਾਤ, ਜੋ ਰਾਜਨੀਤਿਕ ਹਲਕਿਆਂ ਦੇ ਵਿੱਚ ਖਬਰ ਉੱਠੀ ਸੀਗੀ, ਕਿ ਸਿੱਧਾ ਜਾ ਕੇ ਆਪਣਾ ਜਿਹੜਾ ਸੀਗਾ ਉਹਨਾਂ ਨੂੰ ਸਮਰਥਨ ਦਿੱਤਾ ਸੀਗਾ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀਗੀ। 1997 ਦਾ ਉਹ ਦੌਰ ਅੱਜ ਵੀ ਯਾਦ ਆਉਂਦਾ ਆ। ਤੇ 1997 ਦੀ ਜਿਹੜੀ ਇਹ ਯਾਰੀ ਸੀ, ਇਹ ਆ ਕੇ ਕਿਸਾਨ ਅੰਦੋਲਨ ਦੇ ਵਿੱਚ ਟੁੱਟ ਜਾਂਦੀ ਹੈ, ਗੱਠਜੋੜ ਟੁੱਟ ਜਾਂਦਾ ਆ। ਹਾਲਾਂਕਿ ਅਕਾਲੀ ਦਲ ਬਾਦਲ ਦੇ ਬੰਨਿਓ ਇਸ ਪਰਿਵਾਰ ਦੇ ਵਿੱਚੋਂ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸੀਗੇ ਉਹ ਕੇਂਦਰੀ ਮੰਤਰੀ ਸੀਗੇ। ਬਠਿੰਡਾ ਜਿਹੜਾ ਉਹਨਾਂ ਦਾ ਇਲਾਕਾ ਆ, ਤਾਂ ਇਸ ਨੂੰ ਵੀ, ਇਸ ਦੇ ਪੱਖ ਨੂੰ ਵੀ ਉਹ ਪੇਸ਼ ਕਰਦੇ ਸੀਗੇ। ਉਹਨਾਂ ਨੇ ਵੀ ਅਸਤੀਫਾ ਪਹਿਲਾਂ ਦਿੱਤਾ। ਬਾਅਦ ਵਿੱਚ ਇਹ ਹੋਇਆ ਕਿ ਸਾਰੇ ਜਿਹੜੇ ਤੋੜ ਵਿਛੋੜੇ ਸੀ ਉਹ ਕਰ ਲਏ। ਤਾਂ ਬਾਅਦ ਵਿੱਚ ਅੱਜ ਜੋ ਹਾਲਾਤ ਬਣੇ ਹੋਏ ਆ, ਇਸੇ ਸਮੇਂ ਦੇ ਦੌਰਾਨ ਸਾਡੇ ਕੋਲੇ ਵੋਟਾਂ ਆ ਜਾਂਦੀਆਂ ਨੇ। 2022 ਦੀਆਂ ਜਿਹੜੀਆਂ ਇਹ ਵਿਧਾਨ ਸਭਾ ਦੀਆਂ ਵੋਟਾਂ ਆਈਆਂ, ਇਹਦੇ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਅਕਾਲੀ ਦਲ ਵੱਲੋਂ। ਮੋਗੇ ਦੇ ਵਿੱਚ ਕਹਿੰਦੇ ਰੈਲੀ ਜਦੋਂ ਅਕਾਲੀ ਦਲ ਕਰਦਾ ਹੈ ਤਾਂ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਜੇ ਰੈਲੀ ਮੋਗੇ ਵਾਲੀ ਸਫਲ ਹੋ ਜਾਵੇ ਤਾਂ ਫਿਰ ਅਕਾਲੀ ਦਲ ਜਿੱਤਦਾ ਹੁੰਦਾ। ਪਰ ਐਤਕੀ ਇਸ ਤਰੀਕੇ ਦੀਆਂ ਜਿਹੜੀਆਂ ਕਿਆਸ ਰਾਈਆਂ ਕੀਤੀਆਂ ਜਾਂਦੀਆਂ ਸੀ ਉਹ ਵੀ ਕੰਮ ਨਹੀਂ ਆਈਆਂ, ਕਿਉਂਕਿ ਮੋਗੇ ਵਾਲੀ ਰੈਲੀ ਸੀ ਤਾਂ ਵੱਡੀ, ਪਰ ਇਸ ਦੇ ਬਾਵਜੂਦ ਜਿਸ ਤਰੀਕੇ ਨਾਲ ਉੱਥੇ ਵਰਕਰਾਂ ਨੂੰ ਲਿਆਂਦਾ ਗਿਆ ਸੀ ਅਕਾਲੀ ਦਲ ਵੱਲੋਂ, ਉਹ ਸਾਰਾ ਪਤਾ ਹੀ ਹੈ ਕਿ ਕਿਸ ਤਰੀਕੇ ਇਹੋ ਜਿਹੀਆਂ ਰੈਲੀਆਂ, ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ, ਉੱਥੇ ਵੱਡੇ ਇਕੱਠ ਜਿਹੜੇ ਆ ਉਹ ਕੀਤੇ ਜਾਂਦੇ ਆ। ਫਿਲਹਾਲ ਉਸ ਤੋਂ ਬਾਅਦ ਜਿਸ ਤਰੀਕੇ ਪੰਜਾਬ ਦੇ ਵਿੱਚ ਹਾਲਾਤ ਬਣੇ ਕਿ ਭਾਜਪਾ ਕਿੰਨੀਆਂ ਕੁ ਸੀਟਾਂ ਲੈ ਗਈ ਅਤੇ ਅਕਾਲੀਆਂ ਦਾ ਕੀ ਬਣਿਆ। ਮਹਿਜ ਐਡੀ ਵੱਡੀ ਅਕਾਲੀ ਪਾਰਟੀ ਜਿਹੜੀ 25 ਸਾਲ 5 ਵਾਰੀ ਜਿਹੜੇ ਆ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਰਹੇ ਆ। ਹਾਲੇ ਕਿ ਸੁਖਬੀਰ ਬਾਦਲ ਹੋਰਾਂ ਦਾ ਸੁਪਨਾ ਸੀਗਾ ਕਿ ਅਸੀਂ ਹਜੇ ਰਾਜ ਕਰਨਾ ਹੈ, ਰਾਜ ਨਹੀਂ ਸੇਵਾ ਦਾ ਨਾਅਰਾ ਦਿੱਤਾ ਸੀ। ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਜਿਸ ਤਰੀਕੇ ਜਨਤਾ ਨੇ ਉਹਨਾਂ ਨੂੰ ਦਰਕਨਾਰ ਕੀਤਾ ਆ, ਉਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ। ਹਾਲਾਂਕਿ ਇਸ ਨੂੰ ਲੈ ਕੇ ਜਿਹੜਾ ਹੁਣ ਅਕਾਲੀ ਦਲ ਆ ਜਾਂ ਸੁਖਬੀਰ ਸਿੰਘ ਬਾਦਲ ਆ, ਉਹ ਤਰਲੋ ਮੱਛੀ ਵੀ ਹੋ ਰਹੇ ਆ ਕਿ ਕਿਸੇ ਤਰੀਕੇ ਨਾਲ, ਕਿਸੇ ਹਰਬੇ, ਕਿਸੇ ਹੀਲੇ ਨਾਲ ਜਿਹੜੀ ਆ ਸੱਤਾ ਦੇ ਵਿੱਚ ਵਾਪਸੀ ਕੀਤੀ ਜਾਵੇ। ਪਰ ਲੱਗਦਾ ਆ ਕਿ ਕਿਤੇ ਇਹ ਗੱਲ ਸਿਰਫ ਸੁਪਨਿਆਂ ਦੇ ਵਿੱਚ ਹੀ ਨਾ ਰਹਿ ਜਾਵੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਵੱਡਾ ਖੋਰਾ ਜਿਹੜਾ ਪਾਰਟੀ ਨੂੰ ਇਹ ਵੀ ਲੱਗ ਰਿਹਾ ਆ। ਕਿਉਂਕਿ ਦਿੱਲੀ ਦੇ ਵਿੱਚ ਜਦੋਂ ਦੇ ਮਨਜਿੰਦਰ ਸਿੰਘ ਸਿਰਸਾ ਹੋਣੀ ਅਲੱਗ ਹੋ ਕੇ ਭਾਜਪਾ 'ਚ ਚਲੇ ਗਏ, ਤਾਂ ਉਸ ਤੋਂ ਬਾਅਦ ਇਹ ਵੀ ਦੇਖਿਆ ਕਿ ਅਕਾਲੀ ਦਲ ਦੇ ਵਿੱਚੋਂ ਵੀ ਕਾਫੀ ਜਿਹੜੇ ਹੁਣ ਪੰਥਕ ਚਿਹਰੇ ਆ, ਜਿਨ੍ਹਾਂ ਨੂੰ ਕੱਟੜ ਅਕਾਲੀ ਕਿਹਾ ਜਾਂਦਾ ਸੀਗਾ, ਹੌਲੀ ਹੌਲੀ ਭਾਜਪਾ ਉਹਨਾਂ 'ਤੇ ਹੱਥ ਸਾਫ਼ ਕਰ ਰਹੀ ਹੈ। ਕਿਉਂਕਿ ਭਾਜਪਾ ਨੂੰ ਹੁਣ 2024 ਦੀਆਂ ਲੋਕ ਸਭਾ ਚੋਣਾਂ ਅਤੇ ਉਸ ਤੋਂ ਫਿਰ ਅਗਲੀ ਵਾਰ ਜਿਹੜੀਆਂ ਨੇ ਉਹ ਵਿਧਾਨ ਸਭਾ ਚੋਣਾਂ ਦਾ ਵੀ ਖਿਆਲ ਰੱਖ ਕੇ ਪੰਜਾਬ ਦੇ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਨੇ। ਹੁਣ ਯਾਨੀ ਕਿ ਆਪਸੀ ਕੋਈ ਗੱਲਬਾਤ ਗੱਠਜੋੜ ਵਾਲੀ ਨਹੀਂ ਰਹਿ ਗਈ। ਇਸ ਕਰਕੇ ਅਕਾਲੀ ਦਲ ਦਾ ਵੱਡਾ ਫਿਕਰ ਹੈ, ਵੱਡਾ ਤੌਖਲਾ ਆ, ਜਿਸ ਨੂੰ ਹੁਣ ਭਾਜਪਾ ਹੋਰ ਖੋਰਾ ਲਾਉਂਦੀ ਜਾ ਰਹੀ ਆ। ਤਾਂ ਭਾਜਪਾ ਜਿਹੜੀ ਹੈ ਜਿਸ ਤਰੀਕੇ ਨਾਲ ਉਹਨਾਂ ਦੀ ਅਕਾਲੀਆਂ ਦੇ ਨਾਲ ਸਾਂਝ ਰਹੀ ਹੈ, ਤਾਂ ਉਹ ਅੱਜ ਕੱਲ੍ਹ ਅਸਲੀ ਜਿਹੜੇ ਪੰਥਕ ਚਿਹਰੇ ਆ ਉਹ ਖੋ ਰਹੀ ਹੈ, ਜਿਸ ਨੇ ਸ਼ਹਿਰਾਂ ਤੋਂ ਬਾਅਦ ਹੁਣ ਪਿੰਡਾਂ ਅੰਦਰ ਵੀ ਭਾਜਪਾ ਪ੍ਰਤੀ ਪੋਜ਼ੀਟਿਵ ਚਰਚਾ ਜਿਹੜੀ ਆ ਉਹ ਛੇੜ ਦਿੱਤੀ ਆ। ਭਾਜਪਾ ਵੱਲੋਂ ਜਿੱਥੇ ਹਾਲ ਹੀ ਵਿੱਚ ਆਈਆਂ ਲਿਸਟਾਂ 'ਚ ਸੂਬੇ ਦੇ ਕਈ ਨਾਮਵਰ ਸਿੱਖ ਚਿਹਰਿਆਂ ਨੂੰ ਥਾਂ ਦਿੱਤੀ ਗਈ ਹੈ, ਉੱਥੇ ਹੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਦੋਹਤਰੇ ਇੰਜੀਨੀਅਰ ਕੰਵਰਬੀਰ ਸਿੰਘ ਟੌੜਾ ਨੂੰ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦਾ ਸੂਬਾ ਪ੍ਰਧਾਨ ਥਾਪ ਕੇ ਸਿੱਧੇ ਤੌਰ ਦੇ ਉੱਤੇ ਛੱਕਾ ਮਾਰਿਆ, ਜਿਸ ਨੇ ਪੂਰੇ ਸੂਬੇ ਅੰਦਰ ਨਵੀਂ ਰਾਜਸੀ ਜਿਹੜੀ ਚਰਚਾ ਆ ਉਹ ਛੇੜ ਦਿੱਤੀ ਹੈ। ਇਹ ਨਿਯੁਕਤੀ ਅਕਾਲੀ ਦਲ ਦੇ ਮੂੰਹ 'ਤੇ ਚਪੇੜ ਸਾਬਤ ਹੋ ਰਹੀ ਹੈ। ਕਿਸੇ ਸਮੇਂ ਅਕਾਲੀ ਦਲ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਚਲਾਉਂਦੇ ਸਨ।
ਇੰਜ ਕਹਿ ਲਓ ਕਿ ਅਕਾਲੀ ਦਲ ਦੀਆਂ ਸਰਕਾਰਾਂ 'ਚ ਐਸਜੀਪੀਸੀ 'ਚ ਕੋਈ ਵੀ ਫੈਸਲਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਹਿਮਤੀ ਤੋਂ ਬਿਨਾਂ ਨਹੀਂ ਸੀ ਹੁੰਦਾ। 27 ਸਾਲ ਤੋਂ ਵੱਧ ਸਮਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀਆਂ ਕੁਝ ਸਮਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਦੂਰੀਆਂ ਵੀ ਰਹੀਆਂ, ਪਰ ਜਾਣ ਤੋਂ ਪਹਿਲਾਂ ਇਹ ਦੂਰੀਆਂ ਫੇਰ ਨਜ਼ਦੀਕੀਆਂ 'ਚ ਬਦਲ ਗਈਆਂ। ਪੰਜਾਬ ਅਤੇ ਪੰਜਾਬੀਅਤ ਦੇ ਹਰ ਘਰ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਯਾਦ ਕੀਤਾ ਜਾਂਦਾ ਹੈ, ਪਰ ਅਕਾਲੀ ਦਲ ਨੇ ਇਸ ਪੰਥਕ ਅਤੇ ਟਕਸਾਲੀ ਪਰਿਵਾਰ ਦਾ ਜੋ ਹਾਲ ਕੀਤਾ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਇਹ ਵੀ ਤਾਂ ਗੱਲਾਂ ਆ, ਕਿਉਂਕਿ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਹੱਥ ਕਮਾਂਡ ਆਈ, ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਟਕਸਾਲੀ ਆਗੂ ਸੀਗੇ ਉਹ ਗੁੱਠੇ ਹੀ ਲਾ ਦਿੱਤੇ, ਜਿਸ ਕਰਕੇ ਇਹਦਾ ਖਮਿਆਜ਼ਾ ਵੀ ਭੁਗਤਣਾ ਪਿਆ। ਹਾਲਾਂਕਿ ਬੇਅਦਬੀ ਦਾ ਮਾਮਲੇ ਦਾ ਖਮਿਆਜ਼ਾ ਵੀ ਅਕਾਲੀਆਂ ਨੂੰ ਭੁਗਤਣਾ ਪਿਆ, ਇਹ ਵੀ ਖਮਿਆਜ਼ੇ ਜਿਹੜੇ ਆ ਉਹ ਅਕਾਲੀ ਦਲ ਨੂੰ ਭੁਗਤਣੇ ਪਏ। ਜਿਸ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਚਲਾਉਂਦੇ ਰਹੇ ਆ, ਉਸ ਪਰਿਵਾਰ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ਅੰਦਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਿਧਾਨ ਸਭਾ ਟਿਕਟ ਵੀ ਨਾ ਦਿੱਤੀ। ਦੇਖੋ ਕਿੱਡੀ ਹੈਰਾਨੀ ਦੀ ਗੱਲ ਸੀ। ਤੇ ਇੱਥੋਂ ਤੱਕ ਕਿ ਟੌਹੜਾ ਪਰਿਵਾਰ ਦੇ ਨਜ਼ਦੀਕੀਆਂ ਨੂੰ ਪੂਰੀ ਸਕੀਮ ਤਹਿਤ ਖੁੱਡੇ ਲਾਈਨ ਲਗਾਇਆ ਗਿਆ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਪੰਜਾਬ ਦੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਅਤੇ ਪਰਿਵਾਰ 2017 ਚ ਅਕਾਲੀ ਦਲ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ 'ਚ ਚਲਾ ਗਿਆ ਸੀ। ਉਸ ਤੋਂ ਬਾਅਦ ਫਿਰ ਅਕਾਲੀ ਦਲ ਨੇ ਆਪਦੇ ਪਰਦੇ ਢਕਣ ਲਈ ਇਸ ਪੰਥਕ ਪਰਿਵਾਰ ਦੀ ਵਾਪਸੀ ਕਰਵਾਈ ਤੇ ਇਸ ਨਾਲ ਟਿਕਟ ਦੇ ਦਾਅਵੇ ਅਤੇ ਹੋਰ ਮਾਣ ਸਨਮਾਨ ਦੇ ਦਾਅਵੇ ਵੀ ਕੀਤੇ ਗਏ, ਪਰ ਇਹਨਾਂ ਵਾਅਦਿਆਂ ਨੂੰ ਅਮਲੀ ਜਾਮਾ ਨਾ ਪਹਿਨਾਇਆ ਗਿਆ। ਹਰਿੰਦਰਪਾਲ ਸਿੰਘ ਟੌਹੜਾ ਜਿਹੜੇ ਸੀ ਉਹਨਾਂ ਨੂੰ ਵੀ ਪ੍ਰਧਾਨਗੀ ਜਿਹੜੀ ਆ ਉਹ ਨਹੀਂ ਦਿੱਤੀ ਗਈ ਸੀ। ਇੱਕ ਨਾਮ ਜਿਸ ਤਰੀਕੇ ਦੀ ਅਸੀਂ ਚਰਚਾ ਕਰਨੀ ਆ, ਗੁਰਚਰਨ ਸਿੰਘ ਟੌਹੜਾ ਸਿੱਖ ਪੰਥ ਵਿੱਚ ਉਹਨਾਂ ਦਾ ਇੱਕ ਵੱਡਾ ਨਾਮ ਮੁਕਾਮ ਸੀਗਾ। ਪੰਥ ਵਸੇ ਮੈਂ ਉਜੜਾਂ, ਕਦੇ ਪੰਥਕ ਅਕਾਲੀਆਂ ਦੇ ਵਿੱਚ ਇਹ ਕਹਾਵਤ ਜਿਹੜੀ ਆ ਆਮ ਬੋਲੀ ਜਾਂਦੀ ਸੀ, ਲਾਗੂ ਵੀ ਹੁੰਦੀ ਸੀ। ਜ਼ਾਹਿਰ ਆ ਉਹ ਕਰਦੇ ਵੀ ਇੱਦਾਂ ਸੀਗੇ ਕਿਉਂਕਿ ਤਨੋ ਮਨੋ ਸਮਰਪਿਤ ਹੁੰਦੇ ਸੀ, ਨਾ ਕਿ ਪਰਿਵਾਰਵਾਦ ਪਾਲਦੇ ਸੀਗੇ। ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਿਹੜੇ ਆ ਉਹ ਵੀ ਇੱਦਾਂ ਦੀ ਸ਼ਖਸੀਅਤ ਸੀਗੇ। ਤੇ ਗੁਰਚਰਨ ਸਿੰਘ ਟੌਹੜਾ ਦੇ ਜਿਹੜੇ ਵੱਡੇ ਦੋਹਤਰੇ ਆ ਹਰਿੰਦਰਪਾਲ ਸਿੰਘ ਟੌਹੜਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਤੇ ਸਿਰਫ ਯੂਥ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੀ ਦਿਹਾਤੀ ਪ੍ਰਧਾਨਗੀ ਵੀ ਨਾ ਦਿੱਤੀ। ਇਹ ਹੈਰਾਨੀ ਹੋਈ ਹੈ। ਤਾਂਹੀਓ ਹੁਣ ਉਹ ਟਕਸਾਲੀ ਟੁੱਟ ਕੇ ਜਾਂਦੇ ਪਏ ਆ ਭਾਜਪਾ ਦੇ ਖੇਮੇ 'ਚ। ਇਹ ਗੁਰਸਿੱਖ ਨੌਜਵਾਨ ਜ਼ਿਲ੍ਹਾ ਪਟਿਆਲਾ ਦੇ ਕਈ ਵੱਡੇ ਲੀਡਰਾਂ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਦੇ ਚੱਕਰ ਕੱਟਦਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਪਰਿਵਾਰ ਤੋਂ ਸਾਰਾ ਪੰਜਾਬ ਚੱਲਦਾ ਸੀ, ਜਿਸ ਟੌਹੜਾ ਪਿੰਡ ਵਿਖੇ ਸਵੇਰੇ 4 ਵਜੇ ਤੋਂ ਸੂਬੇ ਦੇ ਨਾਲ ਨਾਲ ਦੇਸ਼ ਦੇ ਵੱਡੇ ਨੇਤਾ ਤੇ ਸੀਨੀਅਰ ਬਿਊਰੋਕ੍ਰੇਸੀ ਦੀਆਂ ਗੱਡੀਆਂ ਲਾਈਨਾਂ 'ਚ ਲੱਗ ਸਕਦੀਆਂ ਸਨ, ਉਸ ਪਰਿਵਾਰ ਦੇ ਵਾਰਸ ਨੂੰ ਇੱਕ ਜ਼ਿਲ੍ਹੇ ਦੀ ਛੋਟੀ ਜਿਹੀ ਪ੍ਰਧਾਨਗੀ ਵੀ ਨਸੀਬ ਨਹੀਂ ਹੋਈ। ਇਸ ਤੋਂ ਬਾਅਦ ਇਸ ਪਰਿਵਾਰ ਦੀ ਹੋਰ ਜਲੀਲਤਾ ਕੀ ਹੋ ਸਕਦੀ ਹੈ ਕਿ ਇਸ ਕਾਰਨ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਆਪਣੇ ਸੀਨੀਅਰ ਮੀਤ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਰਿਵਾਰ 'ਚ ਅਕਾਲੀ ਦਲ ਪ੍ਰਤੀ ਵੱਡੇ ਗਿਲੇ ਸ਼ਿਕਵੇ ਨੇ, ਜਿਨ੍ਹਾਂ ਨੂੰ ਦੂਰ ਕਰਨ ਲਈ ਅਕਾਲੀ ਦਲ ਅਸਫਲ ਰਿਹਾ ਆ। 2022 ਦੀਆਂ ਵਿਧਾਨ ਸਭਾ ਚੋਣਾਂ ਵੀ ਇਸ ਟੌਹੜਾ ਪਰਿਵਾਰ ਨੂੰ ਅਕਾਲੀ ਦਲ ਨੇ ਕੋਈ ਵੀ ਵਿਧਾਨ ਸਭਾ ਦੀ ਟਿਕਟ ਨਾ ਦਿੱਤੀ। ਇੱਥੋਂ ਤੱਕ ਕਿ ਟੌਹੜਾ ਪਰਿਵਾਰ ਦੇ ਸਕੇ ਟਕਸਾਲੀ ਮੁਖਮੈਲਪੁਰ ਪਰਿਵਾਰ ਦੀ ਟਿਕਟ ਵੀ ਕੱਟ ਦਿੱਤੀ ਗਈ। ਹੁਣ ਗੱਲ ਕਰਦੇ ਹਾਂ ਕਿ ਆਖਿਰ ਅਕਾਲੀ ਦਲ ਦੇ ਇਸ ਟਕਸਾਲੀ ਪਰਿਵਾਰ ਪ੍ਰਤੀ ਵੱਡੀ ਬੇਰੁਖੀ ਕਾਰਨ ਰੋਜ਼-ਰੋਜ਼ ਜਲੀਲ ਹੁੰਦੇ ਦੇਖ ਕੇ ਇਸ ਪੰਥਕ ਪਰਿਵਾਰ ਦੇ ਦੂਸਰੇ ਵਾਰਸ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤਰੇ ਇੰਜੀਨੀਅਰ ਕਮਰਬੀਰ ਸਿੰਘ ਟੌਹੜਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਬਾਂਹ ਫੜ ਲਈ। ਇਸ ਨੌਜਵਾਨ ਨੂੰ ਭਾਜਪਾ ਨੇ ਹਲਕਾ ਮਲੋਹ ਤੋਂ ਉਸ ਸਮੇਂ ਵਿਧਾਨ ਸਭਾ ਦੀ ਟਿਕਟ ਦੇ ਕੇ ਨਵਾਜਿਆ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਪੰਥਕ ਚਿਹਰਿਆਂ ਨੂੰ ਪਛਾਣ ਕਰਦੇ ਹੋਏ ਟੌਹੜਾ ਪਰਿਵਾਰ ਦੇ ਇਹੀ ਵਾਰਿਸ ਇੰਜੀਨੀਅਰ ਕਮਰਬੀਰ ਸਿੰਘ ਟੌਹੜਾ ਨੂੰ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦਾ ਸੂਬਾ ਪ੍ਰਧਾਨ ਥਾਪਿਆ, ਜਿਸ ਨੂੰ ਸਿੱਧੇ ਤੌਰ ਦੇ ਉੱਤੇ ਅਕਾਲੀ ਦਲ ਦੇ ਮੂੰਹ ਦੇ ਉੱਤੇ ਚਪੇੜ ਮੰਨਿਆ ਜਾ ਰਿਹਾ। ਜਿੱਥੇ ਪਿੰਡਾਂ ਅੰਦਰ ਇਸ ਨਿਯੁਕਤੀ ਨਾਲ ਭਾਰਤੀ ਜਨਤਾ ਪਾਰਟੀ ਦਾ ਵੱਡਾ ਆਧਾਰ ਵਧੇਗਾ, ਉੱਥੇ ਅਕਾਲੀ ਦਲ ਨੂੰ ਇਸ ਦੀ
ਭਰਪਾਈ ਜਿਹੜੀ ਕਰਨੀ ਹੈ ਉਹ ਵੀ ਹੁਣ ਔਖੀ ਹੋਊਗੀ। ਪੰਥਕ ਪਰਿਵਾਰਾਂ ਨੂੰ ਵਸਾਰਿਆ ਅਕਾਲੀ ਦਲ ਨੇ, ਕੋਈ ਸ਼ੱਕ ਨਹੀਂ, ਸਾਰਾ ਪੰਜਾਬ ਜਾਣਦਾ ਆ। ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਸਿਰਫ 3 ਸੀਟਾਂ ਨਸੀਬ ਹੋਈਆਂ ਨੇ। ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਇਸ ਤਰੀਕੇ ਨਾਲ ਇਹਨਾਂ ਨੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਆ ਤਾਂ ਫਿਰ ਪੰਜਾਬ ਦੀ ਜਨਤਾ ਨੇ ਵੀ ਇਹਨਾਂ ਨੂੰ ਉਸੇ ਤਰੀਕੇ ਅੱਖੋਂ ਪਰੋਖੇ ਕੀਤਾ। ਇੱਥੋਂ ਤੱਕ ਕਿ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਮਜੀਠੀਆ ਵੀ ਆਪਣੀ ਚੋਣ ਹਾਰ ਗਏ। ਉਹ ਪ੍ਰਧਾਨ ਵੀ ਨਹੀਂ ਬਚਾ ਸਕਿਆ, ਅਕਾਲੀ ਦਲ ਦੇ ਸੁਪਰੀਮੋ ਵੀ ਨਹੀਂ ਆਪਦੇ ਆਪ ਨੂੰ ਬਚਾ ਸਕੇ, ਔਰ ਜਿਹੜੇ ਮਜੀਠੀਆ ਅਗਵਾਈ ਕਰਦੇ ਰਹੇ ਅਕਾਲੀ ਦਲ ਦੀ ਨੌਜਵਾਨ ਵਜੋਂ, ਉਹ ਵੀ ਆਪਦੀ ਜਿਹੜੀ ਸੀਟ ਆ ਉਹ ਹਾਰ ਗਏ। 1997 ਦੀ ਇੱਥੇ ਗੱਲ ਕਰਦੇ ਹਾਂ। 1997 ਦੀ ਸਰਕਾਰ ਸਮੇਂ ਅਕਾਲੀ ਦਲ ਨੇ 90 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। 1997 ਤੋਂ ਲੈ ਕੇ 2022 ਤੱਕ ਦੇ ਸਫ਼ਰ 'ਚ 15 ਸਾਲ ਪੰਜਾਬ ਦੀ ਰਾਜ ਸੱਤਾ ਉੱਤੇ ਅਕਾਲੀ ਦਲ ਕਾਬਜ਼ ਰਿਹਾ। ਇਸ ਦੇ ਬਾਵਜੂਦ ਅਕਾਲੀ ਦਲ ਦਾ ਗ੍ਰਾਫ ਲਗਾਤਾਰ ਡਿੱਗਿਆ ਆ। ਜਿਨ੍ਹਾਂ ਗਲਤੀਆਂ ਕਰਕੇ ਅਕਾਲੀ ਦਲ ਦਾ ਗ੍ਰਾਫ ਡਿੱਗਿਆ, ਅੱਜ ਪਾਰਟੀ ਉਹਨਾਂ ਗਲਤੀਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਟੌੜਾ ਪਰਿਵਾਰ ਤੋਂ ਬਾਅਦ ਪਟਿਆਲਾ 'ਚ ਮੁੱਖ ਮੈਲਪੁਰ ਪਰਿਵਾਰ, ਲਗਾਤਾਰ 8 ਵਾਰ ਵਿਧਾਇਕ ਰਹਿ ਚੁੱਕੇ ਸੰਧੂ ਪਰਿਵਾਰ ਦੇ ਵਾਰਸ ਤਜਿੰਦਰਪਾਲ ਸਿੰਘ ਸੰਧੂ, ਤਲਵੰਡੀ ਪਰਿਵਾਰਾਂ ਸਮੇਤ ਬਹੁਤ ਸਾਰੇ ਸੂਬੇ ਦੇ ਪੰਥਕ ਪਰਿਵਾਰ ਗਵਾਏ ਹੈ। ਅਕਾਲੀ ਦਲ ਦੀਆਂ ਪੰਥ ਤੋਂ ਦੂਰੀਆਂ ਕਾਰਨ ਢੀਂਡਸਾ ਪਰਿਵਾਰ ਸਮੇਤ ਕਈ ਵੱਡੇ ਪਰਿਵਾਰ ਦੂਰ ਹੋਏ ਆ। ਇੱਥੋਂ ਤੱਕ ਕਿ ਇਸ ਸਮੇਂ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਵਰਗੀ ਨੇਤਾ ਵੀ ਗਵਾ ਲਈ ਆ, ਜਿਹੜੀ ਕਿ ਹਿੱਕ ਤਾਣ ਕੇ ਸੁਖਬੀਰ ਬਾਦਲ ਦੇ ਨਾਲ ਖੜੀ ਹੁੰਦੀ ਸੀ। ਜੇਕਰ ਅਕਾਲੀ ਦਲ ਅਜੇ ਵੀ ਨਾ ਜਾਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਅਕਾਲੀ ਪੂਰੀ ਤਰੀਕੇ ਜਿਹੜੇ ਆ ਉਹ ਮੰਨਫੀ ਹੋ ਜਾਣਗੇ। ਸੋ ਜੋ ਹਾਲਾਤ ਨਜ਼ਰ ਆਉਂਦੇ ਪਏ ਆ, ਜੇ ਸਭ ਤੋਂ ਪੁਰਾਣੀ ਪੰਥਕ ਪਾਰਟੀ ਜਿਸ ਦੀ ਸੁਖਬੀਰ ਸਿੰਘ ਬਾਦਲ ਦੁਹਾਈ ਦਿੰਦੇ ਹੁੰਦੇ ਆ ਕਿ ਅਸੀਂ ਦੇਸ਼ ਦੇ ਵਿੱਚ ਸਭ ਤੋਂ ਪੁਰਾਣੀ ਪਾਰਟੀ ਆ ਔਰ ਪੰਜਾਬ ਦੀ ਜਿਹੜੀ ਆ ਰਵਾਇਤੀ ਪਾਰਟੀ ਆ, ਪੰਜਾਬ ਦੀ ਧਰਤੀ ਨਾਲ ਸੰਬੰਧਿਤ ਪਾਰਟੀ ਆ, ਤਾਂ ਫਿਰ ਉਹਨਾਂ ਨੂੰ ਜ਼ਰੂਰ ਜਿਹੜੀ ਆ ਨਜ਼ਰਸਾਨੀ ਕਰਨੀ ਪਊਗੀ। ਉਹਨਾਂ ਨੂੰ ਅੱਖਾਂ ਖੋਲ੍ਹ ਕੇ ਦੇਖਣਾ ਪਊਗਾ ਕਿ ਹੁਣ ਤੱਕ ਦੇ ਰਾਜ ਭਾਗ ਦੇ ਵਿੱਚ ਸੱਤਾ ਦਾ ਸੁੱਖ ਮਾਣਦਿਆਂ ਉਹਨਾਂ ਦੇ ਕੋਲੋਂ ਕਿਹੜੀਆਂ-ਕਿਹੜੀਆਂ ਖਾਮੀਆਂ ਹੋਈਆਂ ਨੇ, ਕੀ ਕੁਛ ਉਹਨਾਂ ਨੇ ਕਰ ਲਿਆ ਆ। ਇਸ ਤਰ੍ਹਾਂ ਜਿਵੇਂ ਕਿ ਟਕਸਾਲੀ ਪਰਿਵਾਰਾਂ ਨੂੰ ਗੁੱਠੇ ਲਾਇਆ ਗਿਆ, ਦਰਕਨਾਰ ਕੀਤਾ ਗਿਆ ਆ, ਕਿ ਉਹੀ ਇੱਕ ਵੱਡਾ ਕਾਰਨ ਤਾਂ ਨਹੀਂ ਜਾਂ ਹੋਰ ਵੀ ਕਾਰਨ ਨੇ, ਉਹਨਾਂ ਸਾਰਿਆਂ 'ਤੇ ਪੜਚੋਲ ਕਰਨੀ ਪਊਗੀ। ਦੋਸਤੋ, ਅੱਜ ਕੱਲ੍ਹ ਜਿਹੜੀ ਚਾਈਨਾ ਡੋਰ ਹੈ ਉਹ ਮਨੁੱਖੀ ਜਾਨਾਂ ਦਾ ਖਾਓ ਬਣੀ ਹੋਈ ਹੈ। ਕਿਸੇ ਦੇ ਨਾਲ ਕੋਈ ਨਾ ਕੋਈ ਹਾਦਸਾ ਇਸ ਚਾਈਨਾ ਡੋਰ ਦੀ ਵਜ੍ਹਾ ਕਰਕੇ ਵਾਪਰ ਜਾਂਦਾ। ਵੈਸੇ ਇਹਨਾਂ ਦਿਨਾਂ ਦੇ ਵਿੱਚ ਨਾ ਜਿਵੇਂ ਸਿਆਲ ਸ਼ੁਰੂ ਹੁੰਦੇ ਆ, 2 ਤਿਉਹਾਰ ਸਾਡੇ ਕੋਲੇ ਪੱਕੇ ਆਉਂਦੇ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੇ ਪਤੰਗਬਾਜ਼ੀ ਕੀਤੀ ਜਾਂਦੀ ਆ, ਗੁੱਡੇ ਚੜ੍ਹਾਏ ਜਾਂਦੇ ਆ। ਔਰ ਉਹ ਤਿਉਹਾਰ ਹੈ, ਇੱਕ ਤਾਂ ਮਾਝੇ ਦੇ ਵਿੱਚ ਲੋਹੜੀ ਦੇ ਮੌਕੇ ਦੇ ਉੱਤੇ ਪਤੰਗਬਾਜ਼ੀ ਕੀਤੀ ਜਾਂਦੀ ਹੈ। ਲੋਹੜੀ ਦਾ ਤਿਉਹਾਰ ਜਦੋਂ ਮਨਾਉਂਦੇ ਆ ਤਾਂ ਮਾਝੇ ਦੇ ਵਿੱਚ ਚਾਹੇ ਗੁਰਦਾਸਪੁਰ ਹੈ, ਤਰਨਤਾਰਨ ਹੈ, ਅੰਮ੍ਰਿਤਸਰ ਹੈ, ਪੱਟੀ ਹੈ, ਇਹ ਸਾਰੇ ਉਹ ਇਲਾਕੇ ਆ ਜਿਹੜੇ ਪਤੰਗਬਾਜ਼ੀ ਕਰਦੇ ਆ। ਕੁਛ ਹੱਦ ਜਿਹੜੇ ਕਪੂਰਥਲਾ ਦੇ ਆ ਉਹ ਵੀ ਕਹਿ ਲੈਂਦੇ ਆ। ਦੂਜੇ ਪਾਸੇ ਬਾਕੀ ਸਾਰਾ ਜਿਹੜਾ ਪੰਜਾਬ ਹੈ ਉਹ ਬਸੰਤ ਦਾ ਇੱਕ ਦਿਨ ਹੁੰਦਾ ਆ ਜਦੋਂ ਇਹ ਤਿਉਹਾਰ ਮਨਾਇਆ ਜਾਂਦਾ ਆ। ਤਾਂ ਇੱਕ ਵੇਲਾ ਹੁੰਦਾ ਸੀਗਾ ਕਿ ਜਦੋਂ ਪੰਜਾਬ ਦੇ ਵਿੱਚ ਥਾਂ ਦੇ ਉੱਤੇ ਸਿਆਲ ਦੀ ਰੁੱਤ ਆਉਂਦਿਆਂ ਸਾਰ ਹੀ ਜਿਹੜੇ ਸੀਗੇ ਮਾਝੇ ਲੱਗੀਆਂ ਡੋਰਾਂ ਵੇਖਣ ਨੂੰ ਮਿਲਦੀਆਂ ਸੀਗੀਆਂ ਕਿ ਡੋਰਾ ਸੂਤਣੀਆਂ। ਡੋਰਾਂ ਸੂਤਣ ਵਾਲਾ ਜਿਹੜਾ ਕੰਮ ਆ ਉਹ ਤਾਂ ਹੁਣ ਖਤਮ ਹੀ ਹੋ ਗਿਆ। ਹੁਣ ਤਾਂ ਕਿਤੇ ਡੋਰ ਸੂਤਣ ਵਾਲੇ ਨਾ ਨਜ਼ਰ ਆਉਂਦੇ ਆ, ਨਾ ਹੀ ਉਹ ਸਾਡੀਆਂ ਦੇਸੀ ਡੋਰਾਂ ਵਾਲੀਆਂ ਜਿਹੜੀਆਂ ਚਰਖੜੀਆਂ ਹੁੰਦੀਆਂ ਸੀ ਉਹ ਨਜ਼ਰ ਆਉਂਦੀਆਂ। ਸਗੋਂ ਹੁਣ ਤਾਂ ਜਿਹੜੀ ਪੱਕੀ ਜੀ ਡੋਰ ਆ, ਰੰਗ ਬਰੰਗੀ ਜੀ ਡੋਰ ਆ, ਛੋਟੇ ਜਿਹੜੇ ਗੱਟੂ ਆਏ ਹੋਏ ਆ, ਉਹ ਗੱਟੂ ਇੰਨੇ ਕੁ ਮਜ਼ਬੂਤ ਆ ਕਿ ਜੇ ਅਸੀਂ ਕਿਸੇ ਨਾਲ ਪੇਚੇ ਵੀ 2 ਪਤੰਗਾਂ ਦੇ ਲਾਉਂਦੇ ਸੀਗੇ ਤੇ ਖੈਂਚਾ ਜਿਹੜਾ ਸੀਗਾ, ਜਿਹਨੂੰ ਅਸੀਂ ਖੈਂਚਾ ਬੋਲਦੇ ਸੀ, ਖੈਂਚਾ ਜਦੋਂ ਪਤੰਗ ਚੜਾਉਣਾ ਤੇ ਖੈਂਚਾ ਮਾਰਨਾ, ਤੇ ਜ਼ਾਹਿਰ ਆ ਕਿ ਜਾਂ ਤਾਂ ਅਗਲੇ ਦਾ ਗੁੱਡਾ ਡੁੰਗ ਕੇ ਲਿਆਉਣਾ ਤੇ ਜਾਂ ਫਿਰ ਗੁੱਡਾ ਜਿਹੜਾ ਸੀਗਾ ਉਸ ਦਾ ਕੱਟ ਦਿੱਤਾ ਜਾਂਦਾ ਆ। ਉਸ ਤਲਵਾਰ ਮਾਰਕਾ ਜਿਹੜੀ ਆ ਇਹਨੂੰ ਕਹਿੰਦੇ ਆ ਡੋਰ ਨੂੰ। ਹਾਲਾਂਕਿ ਸਾਡੇ ਕੋਲੇ ਨਾ ਜਦੋਂ ਰਵਾਇਤੀ ਤਰੀਕੇ ਹੁੰਦੇ ਸੀ, ਉਹਨਾਂ ਰਵਾਇਤੀ ਤਰੀਕਿਆਂ ਦੇ ਵਿੱਚ ਸਾਡੀ ਜਿਹੜੀ ਤਲਵਾਰ ਮਾਰਕਾ ਉਹ ਇਹ ਹੁੰਦੀ ਸੀਗੀ
ਕਿ ਜਿਹੜੀ ਇੱਕ ਵਧੀਆ ਕਿਸਮ ਦਾ ਧਾਗਾ ਜਿਹੜਾ ਸੀਗਾ ਉਹ ਲਿਆ ਜਾਂਦਾ ਸੀ। ਉਸ ਧਾਗੇ ਦੇ ਵਾਸਤੇ ਸੁਰੇਸ਼ ਹੁੰਦੀ ਸੀ, ਕੱਚ ਹੁੰਦਾ ਸੀ ਜਾਂ ਰੰਗ ਪਾਇਆ ਜਾਂਦਾ ਸੀਗਾ ਔਰ ਉਹਦੇ ਵਿੱਚ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਸੀ ਉਹ ਮਿਕਸ ਕੀਤੀਆਂ ਜਾਂਦੀਆਂ ਸੀ ਤਾਂ ਕਿ ਡੋਰ ਪੱਕੀ ਹੋ ਜੇ। ਕੱਚ ਪੀਹ ਕੇ ਵਿੱਚ ਪਾਇਆ ਜਾਂਦਾ ਸੀ। ਫਿਰ ਉਹ ਕੀ ਕਰਦੇ ਸੀਗੇ ਕਿ ਡੋਰ ਨੂੰ 2 ਥੰਮਲਿਆਂ ਦੇ ਉੱਤੇ ਬੰਨ੍ਹ ਲੈਂਦੇ ਸੀਗੇ ਅਤੇ ਬੰਨ੍ਹ ਕੇ ਫਿਰ ਉਹਦੇ ਉੱਪਰ ਜਿਹੜਾ ਸੀਗਾ ਉਹ ਮਾਝਾ ਹੱਥ ਵਿੱਚ ਲੈ ਕੇ ਲਵੇੜ ਕੇ ਗੱਟ ਨੂੰ ਅਤੇ ਉਹ ਮਾਝੇ ਨਾਲ ਸਾਰੇ ਪਾਸੇ ਡੋਰ ਲਪੇਟੀ ਜਾਂਦੀ ਸੀ। ਫਿਰ ਉਹ ਘੰਟੇ ਡੇਢ ਦੇ ਵਿੱਚ ਦੋਵਾਂ ਦੇ ਵਿੱਚ ਸੁੱਕ ਜਾਂਦੀ ਸੀ। ਫਿਰ ਉਹਦੇ ਜਿਹੜੇ ਪਿੰਨੇ ਆ ਉਹ ਬਣਾ ਲਏ ਜਾਂਦੇ ਸੀ ਜਾਂ ਫਿਰ ਉਹਨਾਂ ਨੂੰ ਚਰਖੜੀਆਂ 'ਤੇ ਵਲ ਲਿਆ ਜਾਂਦਾ ਸੀ। ਉਹ ਸੀ ਸਾਡੀ ਦੇਸੀ ਡੋਰ। ਉਹਦੇ ਨਾਲ ਕਦੇ ਵੀ ਕਿਸੇ ਨੂੰ ਹਾਦਸਾ ਨਹੀਂ ਆਇਆ। ਵੱਧ ਤੋਂ ਵੱਧ ਇੰਨਾ ਹੁੰਦਾ ਸੀ ਵੀ ਜਦੋਂ ਪਤੰਗਬਾਜ਼ੀ ਕਰਦੇ ਸੀ ਅਤੇ ਉਹ ਡੋਰ ਦੇ ਵਿੱਚ ਕੱਚ ਪਾਇਆ ਕਰਕੇ ਉਹ ਹੱਥਾਂ 'ਚ ਫਿਰ ਜਾਂਦੀ ਸੀ, ਉਂਗਲਾਂ ਵੱਢੀਆਂ ਜਾਂਦੀਆਂ ਹੁੰਦੀਆਂ ਸੀਗੀਆਂ। ਇੰਨਾ ਕਿਸੇ ਮਾੜੇ ਮੋਟੇ ਜਿਹੜੇ ਸੀਗੇ ਇੰਨੀਆਂ ਨਿਸ਼ਾਨੀਆਂ ਛੱਡਦੇ ਸੀ ਉਹ। ਪਰ ਉਸ ਤੋਂ ਬਾਅਦ ਅਸੀਂ ਇਹ ਦੇਖਿਆ ਆ ਕਿ ਸੰਨ 2000 ਤੱਕ ਹੀ ਜਿਹੜੀ ਸਾਡੀ ਰਵਾਇਤੀ ਡੋਰ ਸੀ ਉਹਦੇ ਨਾਲ ਪਤੰਗ ਚੜ੍ਹਾਏ ਜਾਂਦੇ ਸੀ। ਪਰ ਉਸ ਤੋਂ ਬਾਅਦ ਅਸੀਂ ਇਹ ਦੇਖਿਆ ਕਿ ਇੱਕੋ ਦਮ ਇੱਕ ਅਜਿਹੀ ਕਿਸਮ ਦੀ ਡੋਰ ਆਈ ਆ ਜਿਹਦੀਆਂ ਪੂਰੇ ਬਾਜ਼ਾਰਾਂ, ਗਲੀਆਂ, ਮੁਹੱਲਿਆਂ, ਬਨੇਰਿਆਂ, ਛੱਤਾਂ, ਦਰੱਖਤਾਂ ਦੇ ਵਿੱਚ ਉਹ ਅੜੀ ਹੁੰਦੀ ਆ ਅਤੇ ਕਈ ਵਾਰੀ ਤਾਂ ਇਹ ਆ ਵੀ ਤੁਸੀਂ ਬਹੁਤੇ ਲੋਕ ਉਹਨੂੰ ਹੱਥ ਨਾਲ ਵੀ ਤੋੜਨ ਦੀ ਕੋਸ਼ਿਸ਼ ਕਰਦੇ ਹੋ। ਇੰਨੀ ਪੱਕੀ ਹੈ ਕਿ ਤੁਹਾਡਾ ਹੱਥ ਵੱਢਿਆ ਜਾਊਗਾ ਪਰ ਉਹ ਤੁਹਾਡੇ ਕੋਲ ਟੁੱਟਦੀ ਨਹੀਂ। ਅਤੇ ਬਹੁਤ ਸਾਰੇ ਜਿਹੜੇ ਵਾਹਨ ਚਲਾਉਣ ਵਾਲੇ ਆ ਉਹ ਇਹਦੀ ਲਪੇਟ ਵਿੱਚ ਜਦੋਂ ਬਾਜ਼ਾਰਾਂ ਵਿੱਚੋਂ ਜਾਂਦੇ ਆ ਅਤੇ ਉਹਨਾਂ ਦੇ ਗਲ ਦੇ ਵਿੱਚ ਉਹ ਫਿਰ ਜਾਂਦੀ ਆ। ਫਿਰ ਕਈ ਵਾਰੀ ਐਂ ਹੁੰਦਾ ਵੀ ਜਿਵੇਂ ਗੁੱਡਾ ਇਹਦੇ ਤੋਂ ਪਿੱਛੇ ਲੱਗ ਰਹੇ ਆ ਅਤੇ ਡੋਰ ਜਿਹੜੀ ਆ ਕਈ ਵਾਰੀ ਇਹ ਹੁੰਦਾ ਕਿ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਨਿਆਣਿਆਂ ਨੂੰ ਅਤੇ ਸਿਆਣਿਆਂ ਨੂੰ ਵੀ ਕਈਆਂ ਨੂੰ ਆਦਤ ਜਿਹੜੇ ਕੋਈ ਪਤੰਗਬਾਜ਼ੀ ਦੇ ਸ਼ੌਕੀਨ ਰਹੇ ਆਪਦੇ ਬਚਪਨ ਦੇ ਵਿੱਚ ਵੀ, ਹੁਣ ਵੀ ਜਦੋਂ ਕੋਈ ਗੁੱਡਾ ਬੋ ਹੋ ਕੇ ਆਉਂਦਾ ਅਤੇ ਉਹ ਕੀ ਕਰਦੇ ਆ ਕਿ ਫਟਾਫਟ ਜਿਹੜੀ ਡੋਰ ਲੁੱਟਣ ਦੀ ਕਰਦੇ ਆ। ਅਤੇ ਉਹ ਕਈ ਵਾਰੀ ਕੀ ਹੁੰਦਾ ਜਿਹੜਾ ਡੋਰ ਜਿਹਦਾ ਹੁਣ ਗੁੱਡਾ ਬੋ ਹੋ ਗਿਆ ਉਹ ਫਟਾਫਟ ਆਪਦੀ ਡੋਰ ਖਿੱਚਦਾ, ਉਹ ਜਿੱਥੋਂ ਆ ਰਹੀ ਉਹ ਨਹੀਂ ਵੇਖਦਾ ਕਿ ਉਹ ਕਿਸੇ ਦੇ ਗਲੇ ਵਿੱਚ ਅੜ ਗਈ ਹੈ, ਕਿਸੇ ਦੇ ਹੱਥ ਬਾਂਹ 'ਚ ਲਪੇਟੀ ਗਈ ਹੈ ਜਾਂ ਕਿਸੇ ਵਾਹਣ ਦੇ ਵਿੱਚ ਉਹ ਅੜ ਗਈ ਆ, ਉਹ ਖਿੱਚਦਾ ਪਿਆ। ਅਤੇ ਫਲਸਰੂਪ ਕੀ ਹੁੰਦਾ ਕਿ ਇਹ ਡੋਰ ਇਹੋ ਜਿਹੜੀ ਤੁਹਾਡੇ ਕੋਲ ਹੱਥਾਂ ਨਾਲ ਨਹੀਂ ਟੁੱਟਦੀ ਅਤੇ ਕਈ ਵਾਰੀ ਬਹੁਤਿਆਂ ਦੇ ਜਿਹੜੇ ਗਲ ਆ ਉਹ ਐਂ ਲੱਗੇ ਆ ਵੀ ਜਿਵੇਂ ਕਿਸੇ ਨੇ ਜਿਹੜੀ ਆ ਉਹ ਦਾਤੀ ਫੇਰਤੀ ਹੋਵੇ ਅਤੇ ਉਹ ਫਿਰ ਗਲ ਦੀ ਜਿਹੜੀ ਸ਼ਾਹ ਰਗ ਵੱਢੀ ਜਾਂਦੀ ਹੈ। ਅਤੇ ਬਹੁਤ ਸਾਰੀਆਂ ਮੌਤਾਂ ਪੰਜਾਬ ਦੇ ਵਿੱਚ ਇਸ ਕਰਕੇ ਹੋਈਆਂ ਨੇ। ਇਹਨਾਂ ਦੇ ਉੱਤੇ ਜਿਹੜੀ ਪਾਬੰਦੀ ਆ ਉਹ ਬੇਸ਼ੱਕ ਸਾਲੋਂ ਸਾਲ ਹੋ ਗਏ ਸੁਣਦਿਆਂ ਨੂੰ ਕਿ ਚਾਈਨਾ ਡੋਰ 'ਤੇ ਪਾਬੰਦੀ ਲੱਗੂਗੀ, ਸਰਕਾਰ ਨੇ ਆਹ ਹੁਕਮ ਜਾਰੀ ਕਰਤਾ, ਉਹ ਹੁਕਮ ਜਾਰੀ ਕਰਤਾ, ਪ੍ਰਸ਼ਾਸਨ ਇਸ ਵਾਰੀ ਧਿਆਨ ਦੇਊਗਾ। ਪਰ ਗੱਲ ਕੀ ਆ, ਢਾਕ ਦੇ ਉਹੀ 3 ਪਾਤ ਵਾਲੀ ਗੱਲ ਆ। ਕਿਉਂਕਿ ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ, ਉੱਥੇ ਦਾ ਉੱਥੇ ਵਾਲੀ ਗੱਲ ਬਣਦੀ ਆ, ਕੋਈ ਹੱਲ ਨਹੀਂ ਹੁੰਦਾ। ਉਦੋਂ ਵੱਧ ਡੋਰ ਵਿਕਦੀ ਆ ਔਰ ਜਦੋਂ ਤੁਸੀਂ ਗਲੀਆਂ, ਮੁਹੱਲਿਆਂ, ਚੌਂਕਾਂ, ਬਾਜ਼ਾਰਾਂ ਵਿੱਚੋਂ ਲੰਘਦੇ ਹੋ ਅਤੇ ਉਹ ਥਾਂ ਥਾਂ ਦੇ ਉੱਤੇ ਡੋਰਾਂ ਦੀਆਂ ਗੁੰਝਲਾਂ ਪਈਆਂ ਹੁੰਦੀਆਂ ਔਰ ਕਈ ਵਾਰੀ ਤੁਹਾਡੇ ਤੁਰਨ ਜਾਂ ਪੈਦਲ ਜਾਣ ਵਾਲਿਆਂ ਦੇ ਉਹ ਪੈਰਾਂ ਦੇ ਵਿੱਚ ਵੀ ਅੜ ਜਾਂਦੀਆਂ, ਜੋ ਤੁਸੀਂ ਕਈ ਵਾਰੀ ਲਾਉਂਦੇ ਆ ਜਾਂ ਤੁਹਾਡੇ ਬੂਟ ਚੜੀ ਹੋਵੇ ਤਾਂ ਤੁਹਾਡੇ ਆਪਦੇ ਹੱਥ ਜ਼ਖਮੀ ਹੋ ਜਾਂਦੇ ਕਿਉਂਕਿ ਉਹ ਟੁੱਟਦੀ ਵੀ ਨਹੀਂ, ਇੰਨੀ ਗੰਦੀ ਡੋਰ ਆ। ਅਤੇ ਇਸ ਕਰਕੇ ਇਸ ਦੇ ਉੱਤੇ ਜੇ ਅਗਰ ਪਾਬੰਦੀ ਲਾਉਣੀ ਪਵੇ ਨਾ ਅਤੇ ਚਿੱਟੇ ਵਾਂਗੂ ਇਹਦੇ ਉੱਤੇ ਵੀ ਪਾਬੰਦੀ ਸਖਤੀ ਦੇ ਨਾਲ ਅਗਰ ਲਾਗੂ ਕੀਤੀ ਜਾਵੇ ਤਾਂ ਇਹਦਾ ਹੱਲ ਜਿਹੜਾ ਆ ਉਹ ਹੋ ਸਕਦਾ ਆ। ਮੈਂ ਇੱਥੇ ਗੱਲ ਕਰਨਾ ਕਿ ਹਾਲਾਂਕਿ ਪ੍ਰਸ਼ਾਸਨ ਅਤੇ ਪੁਲਿਸ ਲਈ ਇਹ ਵੱਡੀ ਚੁਣੌਤੀ ਬਣਿਆ ਹੋਇਆ ਪੰਜਾਬ ਦੇ ਵਿੱਚ। ਚੀਨੀ ਡੋਰ ਦੇ ਮਾਮਲੇ ਵਿੱਚ ਨਵੀਂ ਸਰਕਾਰ ਵੱਲੋਂ ਕੋਈ ਸਖਤੀ ਇਸ ਵਾਰੀ ਨਹੀਂ ਵਰਤੀ ਜਾ ਰਹੀ, ਕੋਈ ਫਰਮਾਨ ਨਹੀਂ ਹੈ, ਜਿਸ ਕਾਰਨ ਜਿਹੜੇ ਵੱਡੇ ਮਹਾਨਗਰ ਆ ਉੱਥੇ ਪਾਬੰਦੀਸ਼ੁਦਾ ਜਿਹੜੀ ਚਾਈਨੀ ਡੋਰ ਦੇ ਗੱਟੂ ਆ ਉਹ ਸ਼ਰੇਆਮ ਵਿਕ ਰਹੇ ਆ। ਇਸ ਡੋਰ ਦੀ ਲਪੇਟ ਵਿੱਚ ਆਉਣ ਨਾਲ ਕੋਈ ਵੀ ਮਨੁੱਖ, ਜਾਨਵਰ ਅਤੇ ਪੰਛੀ ਜਿਹੜਾ ਆ ਬੁਰੀ ਤਰ੍ਹਾਂ ਜ਼ਖਮੀ ਜਿਹੜੇ ਨੇ ਹੋ ਰਹੇ ਨੇ। ਪੰਛੀਆਂ ਦੇ ਮਾਮਲੇ ਵਿੱਚ ਤਾਂ ਚਾਈਨਾ ਡੋਰ ਹੋਰ ਜ਼ਿਆਦਾ ਘਾਤਕ ਹੁੰਦੀ ਆ ਕਿਉਂਕਿ ਇਸ ਦੀ ਪਕੜ ਕਾਰਨ ਪੰਛੀ ਮੁੱਖ ਤੌਰ ਦੇ ਉੱਤੇ ਕਬੂਤਰ, ਚਿੜੀਆਂ, ਕਾਂ ਤੜਫ ਕੇ ਮਰ ਜਾਂਦੇ ਆ। ਉਹਨਾਂ ਦੇ ਨਾਜ਼ੁਕ ਜਿਹੜੇ ਪੈਰ ਨੇ ਉਹਨਾਂ ਵਿੱਚ ਫਸ ਜਾਂਦੀ ਹੈ ਜਾਂ ਉਹਨਾਂ ਦੇ ਗਲ 'ਚ ਫਸ ਜਾਵੇ ਅਤੇ ਧੌਣਾ ਉਹਨਾਂ ਦੀ ਅੱਡ ਹੁੰਦੀਆਂ। ਕਈ ਵਾਰੀ ਦੇਖਿਆ ਦਰੱਖਤਾਂ ਉੱਤੇ ਲਟਕਦੇ ਆ, ਕੋਈ ਵਿਚਾਰੇ ਸਮਾਜ ਸੇਵੀ ਅੱਗੇ ਹੋ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦੇ ਆ। ਅਤੇ ਕਈ ਵਾਰੀ ਤਾਂ ਇਹ ਆ ਕਿ ਜਦੋਂ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਅਤੇ ਇਹਨਾਂ ਦਿਨਾਂ 'ਚ 1-2 ਖਬਰਾਂ ਇਹ ਆ ਗਈਆਂ ਕਿ ਉਹੀ ਚਾਈਨੀ ਡੋਰ ਜਿਹੜੀ ਆ ਉਹ ਜਦੋਂ ਨੰਗੀਆਂ ਤਾਰਾਂ ਦੇ ਉੱਤੇ ਆਉਂਦੀ ਆ, ਬੱਚਿਆਂ ਨੂੰ ਬਹੁਤਿਆਂ ਨੂੰ ਨਹੀਂ ਪਤਾ। ਕੱਲ੍ਹ ਇੱਕ ਬੱਚਾ ਜਿਹੜਾ ਹੈਗਾ ਇਹਨਾਂ ਦਿਨਾਂ 'ਚ ਜਿਹੜੀ ਖਬਰ ਆਈ ਆ ਕਿ ਉਹ ਬੱਚਾ ਝੁਲਸ ਗਿਆ ਉਸ ਡੋਰ ਲਾਉਂਦੇ ਹੋਏ, ਮਾਪਿਆਂ ਨੂੰ ਪਤਾ ਨਹੀਂ ਸੀ, ਉਹ ਨਿੱਕਾ ਬੱਚਾ ਝੁਲਸ ਹੀ ਗਿਆ ਕਿਉਂਕਿ ਉਹ ਫਿਰ ਜਿਹੜਾ ਅਰਥ ਹੋ ਗਿਆ ਇਹ ਡੋਰ ਐਡੀ ਮਾੜੀ ਹੈ। ਅਤੇ ਇਸ ਕਰਕੇ ਇਹਦੇ ਉੱਤੇ ਪਾਬੰਦੀ ਜਿਹੜੀ ਆ ਉਹ ਲੱਗਣੀ ਜ਼ਰੂਰੀ ਹੋਣੀ ਚਾਹੀਦੀ ਆ। ਦੱਸ ਦਈਏ ਕਿ ਚਾਈਨੀ ਡੋਰ ਦੇ ਵਿੱਚ ਫਸਣ ਤੋਂ ਬਾਅਦ ਜੇ ਅਗਰ ਪੰਛੀਆਂ ਦੀ ਆਪਾਂ ਗੱਲ ਕਰੇ ਸੀ ਅਤੇ ਇਸ ਵਿੱਚੋਂ ਬਹੁਤੇ ਪੰਛੀ ਨਿਕਲ ਹੀ ਨਹੀਂ ਸਕਦੇ। ਕਈ ਵਾਰ ਉਹ ਬਿਜਲੀ ਦੀਆਂ ਤਾਰਾਂ 'ਤੇ
ਰੁੱਖਾਂ ਦੇ ਉੱਤੇ ਲਟਕਦੇ ਮਿਲਦੇ ਆ। ਪਾਬੰਦੀਸ਼ੁਦਾ ਚਾਈਨਾ ਡੋਰ ਦੇ ਮਾਮਲੇ ਵਿੱਚ ਹੈਰਾਨੀਜਨਕ ਪਹਿਲੂ ਦੇਖਣ ਨੂੰ ਇਹ ਮਿਲ ਰਿਹਾ ਹੈ ਕਿ ਇੱਕ ਛੋਟੇ ਬੱਚੇ ਨੂੰ ਚਾਈਨਾ ਡੋਰ ਵੇਚਣ ਵਾਲੇ ਦਾ ਫ਼ੋਨ ਨੰਬਰ ਅਤੇ ਦੁਕਾਨ ਦਾ ਪਤਾ ਹੁੰਦਾ ਆ ਵੀ ਕਿੱਥੇ ਮਿਲਦੀ ਆ। ਹੈਰਾਨੀ ਹੈ ਇਸ ਗੱਲ ਦੀ ਕਿ ਤੁਸੀਂ ਜਾ ਕੇ ਤੁਸੀਂ ਉੱਥੇ ਪਤਾ ਕਰੋ ਤੇ ਇਹ ਪੁਲਿਸ ਨੂੰ ਪਤਾ ਨਹੀਂ ਹੈ, ਜੋ ਪੁਲਿਸ ਲਈ ਇੱਕ ਵੱਡਾ ਸਵਾਲ ਖੜਾ ਕਰ ਰਿਹਾ। ਔਰ ਹੈਰਾਨੀ ਦੀ ਗੱਲ ਆ ਦੋਸਤੋ, ਕਈ ਵਾਰੀ ਨਿੱਜੀ ਰੂਪ ਦੇ ਵਿੱਚ ਗੱਲ ਕਰਾਂ ਕਿ ਜਿਵੇਂ ਹੁਣ ਅਸੀਂ ਸਾਰੇ ਨਿੱਕੇ ਬੱਚੇ ਆ ਸਾਡੇ, ਸਾਡੇ ਬੱਚਿਆਂ ਨੂੰ ਇਹ ਪਤਾ ਹੁੰਦਾ, ਹੁਣ ਉਹਨਾਂ ਨੂੰ ਕਿਸੇ ਵੀ ਘਰ ਦੇ ਨਿਆਣੇ ਨੂੰ ਪੁੱਛ ਲਈ, ਪੁੱਤ ਤੈਨੂੰ ਪਤਾ ਇਹ ਚਾਈਨਾ ਡੋਰ ਕਿੱਥੇ ਮਿਲਦੀ ਆ, ਤੇ ਉਹ ਤੁਹਾਨੂੰ ਦੱਸਣ ਜਾਊਗਾ ਤੁਹਾਡਾ ਨਿਆਣਾ ਵੀ ਉਹ ਫਲਾਨੀ ਦੁਕਾਨ ਵਾਲਾ ਫਲਾਨਾ ਅੰਕਲ ਵੇਚਦਾ ਆ। ਜੇ ਗੱਲ ਪ੍ਰਸ਼ਾਸਨ ਨੂੰ ਕਹੀ ਜਾਵੇ, ਪੁਲਿਸ ਨੂੰ ਕਹੀ ਜਾਵੇ, ਉਹ ਆਖਣ ਨਹੀਂ ਜੀ ਨਹੀਂ। ਤੇ ਜੇ ਹੁਣ ਪੁਲਿਸ ਪ੍ਰਸ਼ਾਸਨ ਉੱਥੇ ਆਉਂਦਾ ਵੀ ਹੈ ਤੇ ਉਹ ਦੁਕਾਨਦਾਰ ਐਡੇ ਚਾਲਬਾਜ਼ ਆ, ਉਹ ਮੂਹਰੇ ਦੇਸੀ ਡੋਰ ਮਾਝੇ ਵਾਲੀ ਰੱਖਦੇ ਆ, ਉਹ ਚਾਈਨਾ ਡੋਰ ਪਤਾ ਹੀ ਨਹੀਂ ਕਿੱਥੇ ਕਿਹੜੀ ਗੁੱਠੇ ਵਾੜ ਕੇ ਰੱਖੀ ਹੁੰਦੀ ਦੁਕਾਨ ਦੇ ਵਿੱਚ, ਤੇ ਪਤਾ ਉਦੋਂ ਲੱਗਦਾ ਜਦੋਂ ਉਹ ਵਿਕ ਰਹੀ ਹੁੰਦੀ ਆ। ਬਸੰਤ ਨੂੰ ਸਭ ਤੋਂ ਜ਼ਿਆਦਾ ਡੋਰ ਜਿਹੜੀ ਆ ਜਾਂ ਲੋਹੜੀ ਨੂੰ ਇਹ ਵਿਕਣੀ ਆ। ਪਾਬੰਦੀਸ਼ੁਦਾ ਚਾਈਨਾ ਡੋਰ ਆਮ ਤੌਰ ਦੇ ਉੱਤੇ ਗਰਮੀਆਂ ਦੇ ਦਿਨਾਂ ਵਿੱਚ ਵੀ ਬੱਚੇ ਅਤੇ ਨੌਜਵਾਨ ਜਿਹੜੇ ਨੇ ਆਥਣ ਹੁੰਦੀ ਆ, ਸ਼ਾਮ ਹੁੰਦੀ ਆ, ਚਾਈਨਾ ਡੋਰ ਨਾਲ ਪਤੰਗਾਂ ਚੜਾਉਂਦੇ ਆ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਲੋਹੜੀ ਦੇ ਤਿਉਹਾਰ ਦੇ ਉੱਤੇ ਮਨਾਇਆ ਜਾਂਦਾ ਆ, ਮਹਾਨਗਰਾਂ ਵਿੱਚ ਕਈ ਅਜਿਹੇ ਨਾਮੀ ਦੁਕਾਨਦਾਰ ਆ ਜੋ ਕਈ ਵਾਰ ਚਾਈਨਾ ਡੋਰ ਵੇਚਦੇ ਫੜੇ ਗਏ ਆ, ਪਰ ਫਿਰ ਵੀ ਉਹ ਚਾਈਨਾ ਡੋਰ ਵੇਚਣ ਤੋਂ ਗੁਰੇਜ਼ ਨਹੀਂ ਕਰਦੇ। ਫਿਰ ਮੈਂ ਦੱਸਿਆ ਸੀਗਾ ਕਿ ਉਹ ਛੁੱਟ ਕੇ ਆ ਜਾਂਦੇ ਆ। ਤੇ ਆਹ ਜਿਹੜਾ ਹੁਣ ਸੀਜ਼ਨ ਹੈ ਇਹਦੇ ਵਿੱਚ ਵੀ ਸ਼ਰੇਆਮ ਚਾਈਨਾ ਡੋਰ ਜਿਹੜੀ ਆ ਉਹ ਵਿਕੀ ਜਾਂਦੀ ਆ। ਪੰਜਾਬ ਦਾ ਕੋਈ ਸ਼ਹਿਰ ਨਿਰਲੇਪ ਨਹੀਂ ਗਾ ਜਿੱਥੇ ਨਾ ਵਿਕਦੀ ਹੋਵੇ, ਤੇ ਲੋਕਾਂ ਦੀ ਜਾਨ ਜਿਹੜੀ ਹੈ ਫਿਰ ਖਤਰੇ 'ਚ ਪੈ ਰਹੀ ਹੈ। ਇਸ ਬਾਰੇ ਵੀ ਦੇਖਿਓ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਆਉਣਗੀਆਂ ਜੀ, ਫਲਾਣੇ ਦਾ ਚਾਈਨਾ ਡੋਰ ਕਰਕੇ ਗਲਾ ਵੱਢਿਆ ਗਿਆ, ਫਲਾਨਾ ਜਿਹੜਾ ਸੀ ਉਹ ਮਰ ਗਿਆ ਜਾਂ ਮਰ ਗਈ, ਇੱਦਾਂ ਦੀਆਂ ਹੁੰਦੀਆਂ। ਬੱਚੇ ਵੀ ਇਸ ਦਾ ਸ਼ਿਕਾਰ ਹੁੰਦੇ ਪਏ ਆ। ਤਾਂ ਸਭ ਤੋਂ ਪਹਿਲਾਂ ਇੱਥੇ ਮੈਂ ਗੱਲ ਪਿਛੋਕੜ ਦੀ ਥੋੜ੍ਹੀ ਜਿਹੀ ਕਰਨੀ ਚਾਹੂੰਗਾ। ਅਕਾਲੀ ਭਾਜਪਾ ਗੱਠਜੋੜ ਸਰਕਾਰ ਵੇਲੇ ਉਸ ਵੇਲੇ ਦੇ ਜਿਹੜੇ DCC ਕਾਹਨ ਸਿੰਘ ਪੰਨੂ, ਉਹਨਾਂ ਨੇ ਰਜਤ ਅਗਰਵਾਲ, ਰਵੀ ਭਗਤ ਅਤੇ ਚਾਈਨਾ ਡੋਰ ਖਿਲਾਫ ਵੱਡੀ ਮੁਹਿੰਮ ਚਲਾਈ ਸੀ। ਉਹਨਾਂ ਨੇ ਵੇਚਣ ਵਾਲਿਆਂ ਦੀ ਭਲਾਲ ਲਈ ਛਾਪੇਮਾਰੀ ਸ਼ੁਰੂ ਕੀਤੀ, ਜਿਸ ਵਿੱਚ ਪ੍ਰਸ਼ਾਸਨ ਨੂੰ ਸਫਲਤਾ ਵੀ ਮਿਲੀ। ਕਈ ਦੁਕਾਨਦਾਰ ਚਾਈਨਾ ਡੋਰ ਵੇਚਦੇ ਫੜੇ ਗਏ। DC ਵੱਲੋਂ ਤਹਿਸੀਲਦਾਰਾਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਸ਼ੱਕੀ ਦੁਕਾਨਦਾਰਾਂ 'ਤੇ ਛਾਪੇ ਮਾਰੇ ਗਏ ਸਨ। ਪਰ ਜੇ ਹੁਣ ਦੀ ਗੱਲ ਕੀਤੀ ਜਾਵੇ ਤਾਂ ਇਹ ਸਰਕਾਰ ਹਜੇ ਤੱਕ ਇਸ ਮਾਮਲੇ ਦੇ ਉੱਤੇ ਚੁੱਪ ਬੈਠੀ ਹੈ। ਚਾਈਨਾ ਡੋਰ ਦੇ ਮਾਮਲੇ 'ਚ ਸਮਾਜ ਸੇਵੀ ਕਹਿੰਦੇ ਆ ਕਿ ਸਰਕਾਰ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਜਿਹੜੀ ਆ ਕਾਨੂੰਨ ਬਣਾਉਣ ਦੀ ਲੋੜ ਹੈ। ਆਮ ਤੌਰ 'ਤੇ ਜਦੋਂ ਕੋਈ ਵਿਅਕਤੀ ਦੋਸਤੋ ਚਾਈਨਾ ਡੋਰ ਵੇਚਦਾ ਫੜਿਆ ਜਾਂਦਾ ਹੈ ਤੇ ਉਸ ਦੇ ਖਿਲਾਫ ਧਾਰਾ 188 ਦੇ ਤਹਿਤ ਮਾਮਲਾ ਦਰਜ ਕਰ ਲਿਆ ਜਾਂਦਾ, ਜਿਸ ਦੀ ਜ਼ਮਾਨਤ ਥਾਣੇ ਵਿੱਚ ਹੀ ਹੋ ਜਾਂਦੀ ਹੈ। ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਡੋਰ ਨੂੰ ਵੇਚਣ ਵਾਲੇ ਖਿਲਾਫ ਅਜਿਹਾ ਸਖਤ ਕਾਨੂੰਨ ਬਣਾਇਆ ਜਾਵੇ ਜਿਸ ਨਾਲ ਫੜੇ ਗਏ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਹੁਣ ਇੱਥੇ ਇੱਕ ਮੈਂ ਖਬਰ ਦਾ ਹਵਾਲਾ ਦੇਣਾ ਚਾਹੂੰਗਾ ਜਿਹੜੀ ਪਿਛਲੇ ਮਹੀਨੇ ਦੀ ਹੈ, ਚਾਈਨਾ ਡੋਰ ਦੇ ਸੰਬੰਧ ਵਿੱਚ ਹੀ ਆ ਕਿ ਸੂਬਾ ਸਰਕਾਰ ਨੇ ਚਾਈਨਾ ਡੋਰ ਵੇਚਣ ਅਤੇ ਸਟੋਰ ਕਰਨ ਵਾਲਿਆਂ ਖਿਲਾਫ ਪਿਛਲੇ 3 ਸਾਲਾਂ ਦੌਰਾਨ ਕੀਤੀ ਗਈ ਕਾਰਵਾਈ ਬਾਰੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰ ਤੇ ਮੁਕੰਮਲ ਰਿਪੋਰਟ ਮੰਗੀ ਹੈ। ਹੁਣ ਇੱਥੇ ਤਾਂ ਗੱਲ ਇਹ ਹੋ ਰਹੀ ਸੀ ਕਿ ਸੂਬਾ ਸਰਕਾਰ ਕੀ ਕਰ ਰਹੀ ਹੈ, ਰਿਪੋਰਟ ਮੰਗੀ ਸੀ। ਤਾਂ ਪਿਛਲੇ ਕਈ ਦਿਨਾਂ ਤੋਂ ਚਾਈਨਾ ਡੋਰ ਨਾਲ ਲੋਕਾਂ ਦੇ ਜਿਹੜੇ ਅੰਗ ਕੱਟੇ ਜਾਣ ਅਤੇ ਕਈ ਥਾਵਾਂ 'ਤੇ ਬੱਚਿਆਂ ਦੀਆਂ ਮੌਤਾਂ ਹੋਣ ਦੀਆਂ ਖਬਰਾਂ ਮਿਲੀਆਂ ਨੇ। ਤਾਂ ਸੂਬਾ ਸਰਕਾਰ ਨੇ ਹੁਣ ਮਾਝੇ ਉੱਤੇ ਵੀ ਪਾਬੰਦੀ ਲਗਾਉਣ ਦੀ ਜਿਹੜੀ ਆ ਉਹ ਵਿਚਾਰ ਕਰ ਰਹੀ ਹੈ। ਇਹ ਮੈਂ ਤੁਹਾਨੂੰ ਖਬਰ 23 ਨਵੰਬਰ ਦੀ ਦੱਸ ਰਿਹਾ, ਜਦੋਂ ਸਰਕਾਰ ਵੱਲੋਂ ਆਪਣੇ ਤੌਰ 'ਤੇ ਹੋ ਰਿਹਾ ਸੀ, ਜਦੋਂ ਕਿ ਸਮਾਜ ਸੇਵੀ ਜਿਹੜੇ ਸੀ ਉਹ ਕਹਿੰਦੇ ਆ ਕਿ ਨਹੀਂ ਜੀ ਸਰਕਾਰ ਕੋਈ ਉਪਰਾਲੇ ਨਹੀਂ ਕਰ ਰਹੀ। ਤਾਂ ਜਾਣਕਾਰੀ ਦੇ ਮੁਤਾਬਕ ਦੱਸ ਦਈਏ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਹੈ ਕਿ 2019 ਤੋਂ ਹੁਣ ਤੱਕ ਚਾਈਨਾ ਡੋਰ ਵੇਚਣ ਤੇ ਸਟੋਰ ਕਰਨ ਵਾਲਿਆਂ ਖਿਲਾਫ ਕੀਤੀ ਕਾਰਵਾਈ, ਪ੍ਰਸ਼ਾਸਨ ਵੱਲੋਂ ਕੀਤੀ ਗਈ ਜਿਹੜੀ ਆ ਚੈਕਿੰਗ ਰਿਪੋਰਟ ਉਹ ਮੰਗੀ ਹੈ। ਹਰ ਵਾਰੀ ਜ਼ਿਲ੍ਹਾ ਮੈਜਿਸਟ੍ਰੇਟ ਪੰਜਾਬ ਦੇ ਵਿੱਚ ਚਾਈਨਾ ਡੋਰ ਸੰਬੰਧੀ ਧਾਰਾ 144 ਜਿਹੜੀ ਉਹ ਲਾਉਂਦੇ ਆ, ਇਸ ਖਿਲਾਫ ਪਾਬੰਦੀ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਜਾਂਦੇ ਆ, ਪਰ ਬਾਜ਼ਾਰਾਂ ਦੇ ਵਿੱਚ ਉਸ ਦਿਨ ਤੁਸੀਂ ਜਾ ਕੇ ਦੇਖ ਲਓ ਕੋਈ ਵੀ ਨਜ਼ਰ ਨਹੀਂ ਆਊਗਾ ਜਿਹੜਾ ਚਾਈਨਾ ਡੋਰ ਜਿਹੜੀ ਆ ਉਹ ਤੋਂ ਉੱਤੇ ਪਾਬੰਦੀ ਲਾਵੇ। ਹਾਲਾਂਕਿ ਦਾਅਵੇ ਤਾਂ ਦਾਅਵੇ ਰਹਿ ਜਾਂਦੇ ਤੇ ਦਾਅਵਿਆਂ ਦੀ ਫੂਕ ਉਦੋਂ ਨਿਕਲ ਜਾਂਦੀ ਆ ਜਦੋਂ ਸਾਰੇ ਨਿਆਣੇ ਜਿਹੜੇ ਉਹ ਚਾਈਨਾ ਡੋਰ ਦੇ ਗੱਟੂ ਜਿਹੜੇ ਆ ਉਹ ਚੱਕੀ ਫਿਰਦੇ ਹੁੰਦੇ ਆ। ਤੇ ਇਸ ਨਾਲ ਹੁਣ ਤੱਕ ਸਭ ਤੋਂ ਜ਼ਿਆਦਾ, ਕਿਉਂਕਿ ਗਰਦਨ 'ਚ ਜਦੋਂ ਫਿਰਦੀ ਹੈ ਡੋਰ ਤੇ ਤਲਵਾਰ ਨਾਲੋਂ ਵੀ ਭੈੜੀ ਹੁੰਦੀ ਆ, ਤੇ ਕਈਆਂ ਦੇ ਜਿਹੜੇ ਗਲੇ ਵੱਢਣ ਵਾਲੇ ਜਿੰਨੇ ਦੀਆਂ ਮੌਤਾਂ ਹੋਈਆਂ ਐਨੇ। ਤੇ ਅੱਜ ਜੋ ਹਾਲਾਤ ਬਣੇ ਹੋਏ ਆ ਕਿ ਇਸ ਤਰੀਕੇ ਦੇ ਨਾਲ ਪੈਸੇ ਕਮਾਉਣ ਦੇ ਲਾਲਚ ਦੇ ਵਿੱਚ ਇਹ ਜਿਹੜੇ ਦੁਕਾਨਦਾਰ ਨੇ ਇੱਥੋਂ ਤੱਕ ਲੋਕਾਂ ਨੂੰ ਫਨਾਹ ਕਰਨ ਤੇ ਤੁਲੇ ਆ ਕਿ ਇਹਨਾਂ ਨੂੰ ਕੋਈ ਖੌਫ ਡਰ ਨਹੀਂ ਹੈ। ਹੁਣ
ਬੇਸ਼ੱਕ ਜੇ ਸਰਕਾਰ ਪਾਬੰਦੀ ਲਾ ਦੇਵੇ ਤਾਂ ਠੀਕ ਹੈ, ਪਤੰਗਬਾਜ਼ੀ ਵਾਲੇ ਜਿਹੜੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਨਿਰਾਸ਼ਾ ਜ਼ਰੂਰ ਹੋਊਗੀ, ਪਰ ਇਹ ਜ਼ਰੂਰ ਆ ਕਿ ਜਿਹੜੀ ਚਾਈਨਾ ਡੋਰ ਆ ਉਸ ਦੀ ਵਜ੍ਹਾ ਕਰਕੇ ਜਿਹੜੇ ਲੋਕ ਇੰਨੇ ਦੀਆਂ ਮੌਤਾਂ ਹੋ ਰਹੀਆਂ ਨੇ ਉਸ ਦੇ ਵਿੱਚ ਯਕੀਨਨ ਜਾਂ ਜਿਹੜੇ ਹਾਦਸੇ ਹੋ ਰਹੇ ਨੇ, ਔਰ ਖ਼ਾਸ ਤੌਰ 'ਤੇ ਉਹਨਾਂ ਵਿਚਾਰੇ ਮਾਸੂਮ ਪੰਛੀਆਂ ਦਾ ਬਚਾਅ ਹੋ ਸਕਦਾ ਆ ਜੇ ਇਸ ਵਾਰੀ ਹੋਣ ਵਾਲੀ ਜਿਹੜੀ ਸਰਕਾਰ ਆ ਉਹ ਠੋਸ ਕਦਮ ਚੁੱਕੇ। ਤੇ ਬਿਲਕੁਲ ਹੀ, ਕਿਉਂਕਿ ਅਸੀਂ ਤਾਂ ਚਾਈਨਾ ਦੇ ਮਾਲ ਦੀ ਜਿਹੜੀ ਆ, ਜਿੰਨਾ ਇੱਥੇ ਬੜੇ ਸੰਸਥਾਵਾਂ ਬੈਠੀਆਂ ਅਸੀਂ ਜੀ ਚਾਈਨਾ ਦੇ ਮਾਲ ਨੂੰ ਅੱਗ ਲਾਵਾਂਗੇ, ਐਂ ਕਰਾਂਗੇ। ਪਿਛਲੇ ਦਿਨ ਹਾਸੇ ਦੀ ਗੱਲ ਵੀ ਦੱਸਦਾ ਆ ਕਿ ਇੱਕ ਆ ਜਿਹੜੀਆਂ ਅਖੌਤੀ ਜਥੇਬੰਦੀਆਂ ਪੰਜਾਬ ਦੀਆਂ ਸ਼ਿਵ ਸੈਨਾ ਵਾਲੀਆਂ, ਇੱਕ ਪੱਤਰਕਾਰ ਪਹੁੰਚ ਗਿਆ ਅਤੇ ਉਹ ਕਹਿੰਦਾ ਜੀ ਅਸੀਂ ਚਾਈਨਾ ਦੀ ਆਹ ਚੀਜ਼ਾਂ ਨੂੰ ਸਾੜ ਦਿਆਂਗੇ, ਅਸੀਂ ਵਰਤਾਂਗੇ ਨਹੀਂ, ਮੈਂ ਸਾਰਿਆਂ ਨੂੰ ਕਹੂੰਗਾ। ਉਹਨਾਂ ਦੇ ਹੱਥਾਂ ਦੇ ਵਿੱਚ ਚਾਈਨਾ ਦੇ ਮੋਬਾਈਲ ਫੜੇ ਸੀਗੇ ਅਤੇ ਪੱਤਰਕਾਰ ਨੇ ਪੁੱਛ ਲਿਆ ਤੇ ਫਿਰ ਜੇ ਉਹਨਾਂ ਨੂੰ ਸਿੱਟੋਗੇ, ਫਨਾਹ ਕਰੋਗੇ, ਤਬਾਹ ਕਰੋਗੇ, ਅਤੇ ਆਹ ਮੋਬਾਈਲ ਵੀ ਤਾਂ ਚਾਈਨਾ ਦਾ, ਇਹਨੂੰ ਵੀ ਤਬਾਹ ਕਰੋਗੇ। ਅਤੇ ਉੱਥੇ ਉਹ ਝੇਪ ਗਿਆ, ਫਿਰ ਉਹਨੂੰ ਗੱਲ ਨਾ ਆਵੇ। ਤਾਂ ਕਹਿਣ ਦਾ ਮਾਮਲਾ ਆ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਨਹੀਂ ਹੋਣੇ ਚਾਹੀਦੇ ਗੇ। ਮੁਕੰਮਲ ਰੂਪ ਦੇ ਵਿੱਚ ਅਗਰ ਚਾਈਨਾ ਡੋਰ 'ਤੇ ਪਾਬੰਦੀ ਲੱਗੂਗੀ ਅਤੇ ਤਾਂ ਇਸੇ ਦੇ ਵਿੱਚ ਹੀ ਭਲਾ ਆ, ਨਹੀਂ ਤਾਂ ਇਸ ਵਾਰੀ ਫਿਰ ਮਾੜੀਆਂ ਖਬਰਾਂ ਰੱਬ ਨਾ ਕਰੇ ਸਾਨੂੰ ਸੁਣਨ ਲਈ ਮਿਲਣ। ਸੋ ਦੋਸਤੋ, ਇਹ ਸੀ 2 ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ ਆ। ਕਿਸ ਤਰੀਕੇ ਲੱਗਦੇ ਨੇ ਸਾਡੇ ਪ੍ਰੋਗਰਾਮ, ਇਸ ਬਾਰੇ ਸਾਨੂੰ ਜ਼ਰੂਰ ਦੱਸਿਓ। ਇੱਥੇ ਹੀ ਕਰਦੇ ਹਾਂ ਸਮਾਪਤ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬੋਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬੋਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬੋਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਅਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ 'ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਨੇ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬੋਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚੱਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬੋਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।